Good morning, 7th class students. Today we will continue chapter number 5, acid, base, and salt, from page number 49, natural indicators around us. First is litmus. The natural indicator which is commonly used in litmus, which is extracted from lichens. It is a purple colored dye. Purple color of litmus change to red on adding acid solution and to blue on adding a basic solution. ਅਸੀਂ ਅੱਜ ਪੜ੍ਹਨਾ ਜਿਹੜੇ ਕੁਦਰਤੀ ਸੂਚਕ ਨੇ ਉਹ ਕਿਹੜੇ ਕਿਹੜੇ ਨੇ। ਸਭ ਤੋਂ ਪਹਿਲਾਂ ਅਸੀਂ ਪੜ੍ਹਿਆ ਲਿਟਮਸ। ਇਹ ਕਹਿੰਦੇ ਇੱਕ ਬਹੁਤ ਹੀ ਜ਼ਿਆਦਾ ਯੂਜ਼ ਕੀਤਾ ਜਾਂਦਾ ਵਾ। ਇਹ ਪੌਦੇ ਤੋਂ ਅਸੀਂ ਲਿੱਤਾ ਹੋਇਆ ਵਾ, ਜਿਹੜਾ ਕਿ ਨੀਚੇ ਫਿਗਰ 5.1 'ਚ ਬਣਿਆ ਹੋਇਆ। ਇੱਦਾਂ ਦਾ ਪੌਦਾ ਹੁੰਦਾ ਜਿੱਥੋਂ ਅਸੀਂ ਇਹਨੂੰ ਐਕਸਟਰੈਕਟ ਕੀਤਾ ਹੋਇਆ ਵਾ। ਇਹ ਪਰਪਲ ਕਲਰ ਦਾ ਹੁੰਦਾ ਵਾ। ਇਹ ਪਰਪਲ ਕਲਰ ਦਾ ਜਿਹੜਾ ਚੇਂਜ ਹੋ ਜਾਂਦਾ ਵਾ ਜਦੋਂ ਅਸੀਂ ਇਹਦੇ ਉੱਤੇ ਕੋਈ ਐਸਿਡ ਪਾਉਂਦੇ ਹਾਂ, ਉਹਦਾ ਕਲਰ ਮਤਲਬ ਰੈੱਡ ਹੋ ਜਾਂਦਾ ਵਾ। ਸੇਮ ਐਜ਼ ਜਦੋਂ ਅਸੀਂ ਕੋਈ ਬੇਸ ਪਾਉਂਦੇ ਹਾਂ ਤਾਂ ਉਹਦਾ ਕਲਰ ਬਲੂ ਹੋ ਜਾਂਦਾ ਵਾ। ਇਹ ਸਾਡੇ ਕੋਲ ਘੋਲ ਦੇ ਫੋਰਮ ਦੇ ਵਿੱਚ ਵੀ ਮਿਲਦਾ ਵਾ, ਪਲੱਸ ਸਾਡੇ ਕੋਲ ਪੇਪਰ ਦੀ ਫੋਰਮ ਦੇ ਵਿੱਚ ਵੀ ਮਿਲਦਾ ਵਾ। ਜਿਹੜਾ ਪੇਪਰ ਸਟਰਾਈਪ 'ਚ ਹੁੰਦਾ ਉਹਨੂੰ ਅਸੀਂ ਕਹਿੰਦੇ ਹਾਂ ਲਿਟਮਸ ਪੇਪਰ। ਜਿਹੜਾ ਘੋਲ ਦੇ ਵਿੱਚ ਹੁੰਦਾ ਉਹਨੂੰ ਅਸੀਂ ਕਹਿੰਦੇ ਹਾਂ ਲਿਟਮਸ ਸੋਲਿਊਸ਼ਨ। ਜਰਨਲੀ ਦੇਖਿਆ ਜਾਵੇ ਆਮ ਤੌਰ 'ਤੇ ਸਾਡੇ ਕੋਲ ਦੋ ਕਲਰ 'ਚ ਹੁੰਦਾ ਵਾ, ਇੱਕ ਹੈਗਾ ਰੈੱਡ ਅਤੇ ਦੂਜਾ ਬਲੂ। ਨੈਕਸਟ ਦਿੱਤੀ ਹੋਈ ਐਕਟੀਵਿਟੀ 1 ਟੂ ਸੀ ਦਾ ਇਫੈਕਟ ਆਫ ਲਿਟਮਸ ਔਨ ਸਬ ਸਬਸਟਾਂਸਿਸ। ਹੁਣ ਅਸੀਂ ਇਫੈਕਟ ਦੇਖਣੇ ਲਿਟਮਸ ਦੇ ਉੱਤੇ ਕੀ ਹੋਊਗੇ ਜੇ ਕੋਈ ਅਸੀਂ ਉਹਦੇ ਨਾਲ ਰਿਐਕਟ ਕਰਵਾਵਾਂਗੇ ਕੋਈ ਚੀਜ਼ਾਂ ਨੂੰ। ਸਭ ਤੋਂ ਪਹਿਲਾਂ ਜਿਹੜੀ ਸਾਨੂੰ ਚੀਜ਼ਾਂ ਚਾਹੀਦੀਆਂ ਉਹ ਹੈਗੀਆਂ ਨੇ ਬੀਕਰ, ਟੈਸਟ ਟਿਊਬਸ, ਟੈਪ ਵਾਟਰ, ਲੈਮਨ ਜੂਸ, ਵਿਨੇਗਰ, ਕਾਮਨ ਸਾਲਟ, ਬੇਕਿੰਗ ਸੋਡਾ ਐਂਡ ਮਿਲਕ ਆਫ ਮੈਗਨੀਸ਼ੀਅਮ। ਮੈਥਡ ਹੈਗਾ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਵਾ, ਇਹ ਜਿੰਨੇ ਵੀ ਸਾਨੂੰ ਮਟੀਰੀਅਲ ਦਿੱਤੇ ਹੋਏ ਨੇ ਉੱਪਰ, ਜਿੰਨੇ ਵੀ ਸੋਲਿਊਸ਼ਨ ਨੇ ਟੈਪ ਵਾਟਰ, ਲੈਮਨ ਜੂਸ, ਵਿਨੇਗਰ, ਕਾਮਨ ਸਾਲਟ, ਬੇਕਿੰਗ ਸੋਡਾ, ਮਿਲਕ ਆਫ ਮੈਗਨੀਸ਼ੀਅਮ, ਇਹਨੂੰ ਸਭ ਨੂੰ ਅਸੀਂ ਇੱਕ ਇੱਕ ਬੀਕਰ 'ਚ ਪਾ ਦੇਣਾ। ਉਸ ਤੋਂ ਬਾਅਦ ਅਸੀਂ ਲਿਟਮਸ ਪੇਪਰ ਲੈਣਾ। ਉਹ ਤੋਂ ਬਾਅਦ ਉਹ ਸਾਰੇ ਸੋਲਿਊਸ਼ਨ ਦੀ ਇੱਕ ਇੱਕ ਡਰੋਪ ਅਸੀਂ ਹਰੇਕ ਲਿਟਮਸ ਪੇਪਰ 'ਤੇ ਪਾ ਦੇਣੀ ਆ। ਜਿਹੜੇ ਲਿਟਮਸ ਪੇਪਰ ਦਾ ਕਲਰ ਬਲੂ ਤੋਂ ਰੈੱਡ ਹੋ ਜੂ ਉਹ ਐਸਿਡ ਹੋਣਗੇ, ਜਿਵੇਂ ਕਿ ਲੈਮਨ ਜੂਸ, ਵਿਨੇਗਰ। ਜਿਹੜਿਆਂ ਦਾ ਕਲਰ ਰੈੱਡ ਤੋਂ ਬਲੂ ਹੋ ਜੂਗਾ ਉਹ ਬੇਸ ਹੋਣਗੇ। ਦੈਨ ਇਹਦਾ ਕੰਕਲੂਜਨ ਕੀ ਨਿਕਲੂਗਾ, ਕਲਰ ਚੇਂਜਿਸ ਆਫ ਲਿਟਮਸ ਪੇਪਰ ਫਰੋਮ ਬਲੂ ਟੂ ਰੈੱਡ ਇੰਡੀਕੇਟ ਦੀ ਪ੍ਰੈਜ਼ੈਂਸ ਆਫ ਐਸਿਡ, ਜਿਵੇਂ ਕਿ ਲੈਮਨ ਜੂਸ ਅਤੇ ਵਿਨੇਗਰ। ਅਤੇ ਜਿਨ੍ਹਾਂ ਦਾ ਪੇਪਰ ਦਾ ਕਲਰ ਰੈੱਡ ਤੋਂ ਬਲੂ ਹੋ ਜੂਗਾ ਉਹ 'ਚ ਕੀ ਹੋਣਗੇ ਬੇਸ, ਜਿਵੇਂ ਕਿ ਬੇਕਿੰਗ ਸੋਡਾ ਅਤੇ ਮਿਲਕ ਆਫ ਮੈਗਨੀਸ਼ੀਅਮ। ਨਾਓ ਵਟ ਅਬਾਊਟ ਟੈਪ ਵਾਟਰ ਐਂਡ ਕਾਮਨ ਸਾਲਟ। ਟੈਪ ਵਾਟਰ ਜਿਹੜਾ ਹੋ ਗਿਆ ਅਤੇ ਜਿਹੜਾ ਨਮਕ ਹੁੰਦਾ ਉਹਦੇ ਬਾਰੇ ਕੀ ਖਿਆਲ ਆ। ਦੇ ਹੈਵ ਟੂ ਇਫੈਕਟ ਈਦਰ ਔਨ ਬਲੂ ਔਰ ਰੈੱਡ ਲਿਟਮਸ ਪੇਪਰ। ਉਹਨਾਂ ਦਾ ਕੋਈ ਇਫੈਕਟ ਨਹੀਂ ਹੋਊਗਾ, ਨਾ ਰੈੱਡ ਵਾਲੇ ਲਿਟਮਸ ਪੇਪਰ 'ਤੇ ਨਾ ਹੀ ਬਲੂ ਵਾਲੇ 'ਤੇ। ਇਸ ਕਰਕੇ ਜਿਨ੍ਹਾਂ ਦਾ ਕੋਈ ਇਫੈਕਟ ਨਹੀਂ ਹੁੰਦਾ ਅਸੀਂ ਉਹਨੂੰ ਕਹਿੰਦੇ ਹਾਂ ਨਿਊਟਰਲ ਸਬਸਟਾਂਸਿਸ, ਬਿਕੋਜ਼ ਦੇ ਆਰ ਨੀਦਰ ਐਸਿਡਿਕ ਔਰ ਬੇਸ। ਅੱਗੇ ਟੇਬਲ ਬਣਿਆ ਹੋਇਆ ਵਾ 5.4 ਇਫੈਕਟ ਆਫ ਡਿਫਰੈਂਟ ਸੋਲਿਊਸ਼ਨ ਔਨ ਲਿਟਮਸ ਪੇਪਰ। ਜਿਵੇਂ ਫਸਟ ਹੈਗਾ ਲਾਈਮ ਵਾਟਰ, ਤਾਂ ਜਿਹੜਾ ਰੈੱਡ ਪੇਪਰ ਹੋਊਗਾ ਤਾਂ ਉਹ ਬਲੂ ਚੇਂਜ ਹੋ ਜਾਊਗਾ, ਬਲੂ ਦੇ ਉੱਤੇ ਕੋਈ ਇਫੈਕਟ ਨਹੀਂ ਪਊਗਾ। ਇਸ ਕਰਕੇ ਇਹਦਾ ਨਤੀਜਾ ਕੀ ਨਿਕਲੂਗਾ ਵੀ ਉਹ ਬੇਸ ਆ। ਲੈਮਨ ਜੂਸ ਪਤਾ ਐਸਿਡਿਕ ਹੁੰਦਾ ਵਾ, ਜਿਹੜਾ ਬਲੂ ਕਲਰ ਦਾ ਲਿਟਮਸ ਪੇਪਰ ਹੋ ਜਾਊਗਾ ਉਹ ਕੀ ਹੋ ਜਾਊਗਾ ਰੈੱਡ, ਇਸ ਕਰਕੇ ਉਹ ਐਸਿਡ ਆ। ਸੇਮ ਐਜ਼ ਇਟ ਇਜ਼ ਅੱਗੇ ਦਿੱਤੇ ਹੋਏ ਨੇ, ਤੁਸੀਂ ਪੜ੍ਹਨੇ ਆ ਇਹ। ਨੈਕਸਟ, ਆਰ ਯੂ ਫੈਮੀਲੀਅਰ ਵਿਦ ਦੀ ਟਰਮ ਐਸਿਡ ਰੇਨ, ਕਿ ਤੁਸੀਂ ਜਿਹੜੀ ਤੇਜ਼ਾਬੀ ਵਰਖਾ ਹੁੰਦੀ ਆ ਉਹਦੇ ਨਾਲ ਫੈਮੀਲੀਅਰ ਹੋ। ਹੈਵ ਯੂ ਐਵਰ ਹਰਡ ਅਬਾਊਟ ਡੈਮੇਜਿੰਗ ਇਫੈਕਟ ਆਫ ਐਸਿਡ ਰੇਨ। ਐਜ਼ ਦਾ ਨੇਮ ਇੰਡੀਕੇਟਸ ਦਾ ਰੇਨ ਕੰਟੇਨਿੰਗ ਐਕਸੈਸ ਆਫ ਐਸਿਡ ਇਜ਼ ਕਾਲਡ ਅ ਐਸਿਡ ਰੇਨ। ਇਹਦੇ ਨਾਮ 'ਚ ਹੀ ਪਤਾ ਲੱਗਦਾ ਵਾ ਵੀ ਜਦੋਂ ਬਾਰਿਸ਼ ਹੁੰਦੀ ਆ ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਕੀ ਹੁੰਦਾ ਵਾ, ਤੇਜ਼ਾਬ ਹੁੰਦਾ। ਇਸ ਕਰਕੇ ਉਹਦਾ ਨਾਮ ਕੀ ਹੈ, ਐਸਿਡ ਰੇਨ। ਵੇਅਰ ਡੂ ਦੀਸ ਐਸਿਡ ਕਮ ਫਰੋਮ। ਜਿਹੜਾ ਤੇਜ਼ਾਬ ਆਉਂਦਾ ਵਾ ਬਾਰਿਸ਼ ਦੇ ਵਿੱਚ ਕਿੱਥੋਂ ਆਉਂਦਾ ਵਾ। ਦ ਰੇਨ ਬਿਕਮ ਐਸਿਡਿਕ। ਜਿਹੜੀ ਬਾਰਿਸ਼ ਆ ਉਹ ਐਸਿਡਿਕ ਆ, ਕਿਉਂ? ਕਿਉਂਕਿ ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ ਵਿਚ ਆਰ ਪ੍ਰੈਜ਼ੈਂਟ ਇਨ ਏਅਰ, ਜਿਹੜੀ ਸਾਡੀ ਹਵਾ ਵਿੱਚ ਮੌਜੂਦ ਆ। ਐਜ਼ ਪੋਲਿਊਟੈਂਟ, ਐਜ਼ ਆ ਪ੍ਰਦੂਸ਼ਕ ਦੇ ਤੌਰ 'ਤੇ, ਜਿਹੜਾ ਕਿ ਸਾਡੇ ਜਦੋਂ ਬਾਰਿਸ਼ ਪੈਂਦੀ ਆ ਉਹਦੇ ਨਾਲ ਉਹ ਕੰਬਾਈਨ ਹੋ ਜਾਂਦਾ, ਡਿਜ਼ੋਲਵ ਹੋ ਜਾਂਦਾ, ਉਹਦੇ ਵਿੱਚ ਘੁੱਲ ਜਾਂਦਾ ਵਾ ਅਤੇ ਉਹ ਕੀ ਫੋਰਮ ਕਰ ਦਿੰਦਾ, ਕਾਰਬਨ ਡਾਈਆਕਸਾਈਡ ਤੋਂ ਕਾਰਬੋਨਿਕ ਐਸਿਡ ਬਣ ਜਾਂਦਾ ਵਾ, ਸਲਫਰ ਡਾਈਆਕਸਾਈਡ ਤੋਂ ਸਲਫਿਊਰਿਕ ਐਸਿਡ ਬਣ ਜਾਂਦਾ ਵਾ, ਨਾਈਟ੍ਰੋਜਨ ਡਾਈਆਕਸਾਈਡ ਤੋਂ ਨਾਈਟ੍ਰਿਕ ਐਸਿਡ ਬਣ ਜਾਂਦਾ ਵਾ। ਇਸੇ ਤਰ੍ਹਾਂ ਹੀ ਚੇਂਜ ਹੁੰਦਾ ਰਹਿੰਦਾ ਵਾ। ਐਸਿਡ ਰੇਨ ਕੈਨ ਕਾਜ਼ ਡੈਮੇਜ ਟੂ ਬਿਲਡਿੰਗ। ਇਹਦੇ ਨਾਲ ਜਿਹੜੀ ਤੇਜ਼ਾਬੀ ਵਰਖਾ ਵਾ ਉਹਦੇ ਨਾਲ ਕੀ ਹੁੰਦਾ ਵਾ, ਜਿਹੜੀ ਬਿਲਡਿੰਗਸ ਨੇ ਉਹ ਡੈਮੇਜ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹਿਸਟੋਰੀਕਲ ਮੋਨੂਮੈਂਟ ਜਿਵੇਂ ਕਿ ਤਾਜ ਮਹਿਲ ਆ, ਉਹਦੀ ਖੂਬਸੂਰਤੀ 'ਤੇ ਇਫੈਕਟ ਪੈਂਦਾ ਵਾ। ਪੌਦੇ ਹੋ ਗਏ, ਜਾਨਵਰ ਹੋ ਗਏ, ਇਹਨਾਂ ਦੇ ਉੱਤੇ ਇਫੈਕਟ ਪੈਂਦਾ ਵਾ। ਸੈਕਿੰਡ ਨੈਚੁਰਲ ਇੰਡੀਕੇਟਰ ਇਜ਼ ਟਰਮਰਿਕ, ਜਿਹਨੂੰ ਅਸੀਂ ਕਹਿੰਦੇ ਹਾਂ ਹਲਦੀ। ਦ ਐਕਸਟ੍ਰੈਕਟ ਆਫ ਟਰਮਰਿਕ, ਡੈਟ ਇਜ਼ ਹਲਦੀ।
ਇਹਦਾ ਕਲਰ ਹੁੰਦਾ ਵਾ ਯੈਲੋ। ਇਟ ਚੇਂਜਸ ਟੂ ਰੈਡਿਸ਼ ਬਰਾਊਨ ਕਲਰ ਇਨ ਬੇਸਿਕ ਸੋਲਿਊਸ਼ਨ, ਜਦੋਂ ਬੇਸਿਕ ਸੋਲਿਊਸ਼ਨ ਹੈ ਉਹਦਾ ਕਲਰ ਰੈੱਡ ਬਰਾਊਨ ਹੋ ਜਾਂਦਾ ਵਾ। ਨਾਓ ਯੂ ਮਸਟ ਹੈਵ ਅੰਡਰਸਟੈਂਡ ਵਾਈ ਅ ਟਰਮਰਿਕ ਸਟੇਨ ਔਨ ਯੂਅਰ ਵਾਈਟ ਸ਼ਰਟ ਇਜ਼ ਟਰਨ ਟੂ ਰੈੱਡ। ਕਈ ਵਾਰ ਸਾਡੇ ਜਿਹੜੇ ਚਿੱਟੇ ਕੱਪੜੇ ਹੁੰਦੇ ਆ ਉੱਤੇ ਹਲਦੀ ਗਿਰ ਜਾਂਦੀ ਆ ਤਾਂ ਉਹ ਲਾਲ ਕਲਰ ਦੀ ਹੋ ਜਾਂਦੀ ਆ। ਵੈਨ ਇਟ ਇਜ਼ ਵਾਸ਼ ਵਿਦ ਸੋਪ, ਜਦੋਂ ਅਸੀਂ ਉਹਨੂੰ ਸਾਬਣ ਨਾਲ ਧੋਂਦੇ ਹਾਂ। ਇਟ ਇਜ਼ ਬਿਕੋਜ਼ ਦ ਸੋਪ ਸੋਲਿਊਸ਼ਨ ਇਜ਼ ਬੇਸਿਕ ਇਨ ਨੇਚਰ, ਕਿਉਂਕਿ ਜਿਹੜਾ ਸਾਬਣ ਦਾ ਘੋਲ ਹੁੰਦਾ ਵਾ ਉਹ ਬੇਸਿਕ ਇਨ ਨੇਚਰ ਹੁੰਦਾ, ਨੋਟ ਇਨ ਐਸਿਡਿਕ ਇਨ ਨੇਚਰ। ਦੈਨ ਟਰਮਰਿਕ ਐਕਸਟ੍ਰੈਕਟ, ਹਲਦੀ ਤੋਂ ਅਸੀਂ ਐਕਸਟ੍ਰੈਕਟ ਕਰਦੇ ਹਾਂ, ਬੇਸਿਕ ਸੋਲਿਊਸ਼ਨ ਬਣ ਜਾਂਦਾ। ਦੈਨ ਉਹ ਕਿਹੜਾ ਹੁੰਦਾ ਵਾ ਰੈਡਿਸ਼ ਬਰਾਊਨ ਕਲਰ ਦਾ ਬਣ ਜਾਂਦਾ। ਨੈਕਸਟ ਇਜ਼ ਹਾਊ ਟੂ ਪ੍ਰਪੇਅਰ ਟਰਮਰਿਕ ਪੇਪਰ, ਅਸੀਂ ਪੇਪਰ ਕਿਵੇਂ ਤਿਆਰ ਕਰਦੇ ਹਾਂ, ਟਰਮਰਿਕ ਹਲਦੀ ਦਾ ਜਿਹੜਾ ਪੇਪਰ ਹੁੰਦਾ ਉਹ ਕਿਸ ਤਰ੍ਹਾਂ ਤਿਆਰ ਕਰਦੇ। ਟੇਕ ਅ ਟੀ ਸਪੂਨ ਫੁੱਲ ਆਫ ਟਰਮਰਿਕ ਪਾਊਡਰ, ਟਰਮਰਿਕ ਪਾਊਡਰ ਦਾ ਇੱਕ ਸਪੂਨ ਲੈਣਾ। ਮੇਕ ਅ ਪੇਸਟ ਆਫ ਇਟ ਬਾਈ ਐਡਿੰਗ ਲਿਟਰ ਵਾਟਰ, ਉਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਉਹਦੀ ਪੇਸਟ ਬਣਾਉਣੀ ਆ ਅਸੀਂ। ਪੁੱਟ ਦਿਸ ਪੇਸਟ ਔਨ ਫਿਲਟਰ ਪੇਪਰ, ਇੱਕ ਪੇਪਰ ਲੈਣਾ ਅਸੀਂ, ਫਿਲਟਰ ਪੇਪਰ ਜਿਵੇਂ ਟਿਸ਼ੂ ਪੇਪਰ ਹੁੰਦਾ ਇੱਦਾਂ ਦਾ ਇੱਕ ਫਿਲਟਰ ਪੇਪਰ ਹੁੰਦਾ। ਦੈਨ ਉਹਦੇ ਉੱਤੇ ਪਾ ਦੇਣਾ ਸੀ। ਆਫਟਰ ਡਰਾਈ, ਜਦੋਂ ਸੁੱਕ ਜਾਊਗਾ, ਦ ਪੇਪਰ ਵਿਲ ਟਰਨ ਯੈਲੋ, ਅਤੇ ਜਿਹੜਾ ਪੇਪਰ ਹੋਊਗਾ ਉਹ ਯੈਲੋ ਰੰਗ ਦਾ ਹੋ ਜਾਊਗਾ। ਨਾਓ ਕੱਟ ਦਿਸ ਪੇਪਰ ਇਨਟੂ ਸਟਰਾਈਪ, ਲੰਬੀਆਂ ਲੰਬੀਆਂ ਸਟਰਾਈਪਸ ਦੇ ਵਿੱਚ, ਜਿਵੇਂ ਅਸੀਂ ਉੱਪਰ ਪਿਕਚਰ 'ਚ ਦੇਖਿਆ ਸੀ, ਲਿਟਮਸ ਪੇਪਰ ਦੇਖਿਆ ਸੀ, ਉਸ ਤਰ੍ਹਾਂ ਦੀ ਸਟਰਾਈਪਸ ਇਹਨੂੰ ਕੱਟ ਲੈਣਾ ਵਾ। ਦੀਜ਼ ਆਰ ਕਾਲਡ ਟਰਮਰਿਕ ਪੇਪਰ, ਇਹਨੂੰ ਅਸੀਂ ਕਹਾਂਗੇ ਟਰਮਰਿਕ ਪੇਪਰ। ਨੈਕਸਟ, ਯੂ ਕੈਨ ਪ੍ਰਪੇਅਰ ਅ ਕਾਰਡ ਫॉर ਯੂਅਰ ਮਦਰ ਔਨ ਹਰ ਬਰਥਡੇ। ਅਪਲਾਈ ਟਰਮਰਿਕ ਪੇਸਟ ਔਨ ਦੀ ਸ਼ੀਟ ਆਫ ਪਲੇਨ ਵਾਈਟ ਪੇਪਰ ਐਂਡ ਡਰਾਈ ਇਟ। ਤੁਸੀਂ ਆਪਣੀ ਮਦਰ ਦੇ ਬਰਥਡੇ 'ਤੇ ਵੀ ਕਾਰਡ ਬਣਾ ਸਕਦੇ ਹੋ ਟਰਮਰਿਕ ਪੇਸਟ ਦੇ ਨਾਲ। ਵੀ ਪੇਪਰ ਲੈ ਕੇ ਵਾਈਟ ਉਹਦੇ ਉੱਤੇ ਇਹਨੂੰ ਸਪਰੈਡ ਕਰ ਦੇਣਾ ਵਾ। ਉਸ ਤੋਂ ਬਾਅਦ ਤੁਸੀਂ ਉਹਦੇ ਨਾਲ ਕੋਈ ਫਲਾਵਰ ਡਰॉ ਕਰ ਸਕਦੇ ਹੋ ਵਿਦ ਸੋਪ, ਸਾਬਣ ਦੇ ਘੋਲ ਦੇ ਨਾਲ, ਵਿਦ ਦੀ ਹੈਲਪ ਆਫ ਕੋਟਨ ਬਰਡ। ਯੂ ਵਿਲ ਗੈਟ ਅ ਬਿਊਟੀਫੁਲ ਗ੍ਰੀਟਿੰਗ ਕਾਰਡ, ਤੁਹਾਨੂੰ ਤੁਸੀਂ ਇੱਕ ਗ੍ਰੀਟਿੰਗ ਕਾਰਡ ਵਧੀਆ ਬਣਾ ਸਕਦੇ ਹੋ, ਜਿਵੇਂ ਕਿ ਫਿਗਰ 5.4 'ਚ ਤੁਹਾਨੂੰ ਦਿਖਾਇਆ ਹੋਇਆ ਵਾ। ਨੈਕਸਟ ਥਰਡ ਇਜ਼ ਨੈਚੁਰਲ ਇੰਡੀਕੇਟਰ ਇਜ਼ ਚਾਈਨਾ ਰੋਜ਼ ਐਜ਼ ਐਨ ਇੰਡੀਕੇਟਰ। ਚਾਈਨਾ ਰੋਜ਼ ਵੀ ਇੱਕ ਨੈਚੁਰਲ ਇੰਡੀਕੇਟਰ ਆ, ਡੈਟ ਇਜ਼ ਰੋਜ਼ ਦੀਆਂ ਜਿਹੜੀ ਪੈਟਲਸ ਹੁੰਦੀਆਂ ਨੇ। ਟੇਕ ਸਮ ਚਾਈਨਾ ਰੋਜ਼ ਪੈਟਲਸ, ਪੱਤੀਆਂ ਲੈਣੀਆਂ ਨੇ ਅਸੀਂ, ਐਂਡ ਪਲੇਸ ਦੈਮ ਇਨ ਅ ਬੀਕਰ, ਇੱਕ ਬੀਕਰ 'ਚ ਪਾ ਦੇਣਾ। ਦੈਨ ਉਸ ਤੋਂ ਬਾਅਦ ਉਹ 'ਚ ਹੌਟ ਵਾਟਰ ਪਾਉਣਾ ਵਾ, ਬੀਕਰ ਨੂੰ ਕੁਝ ਸਮੇਂ ਦੇ ਲਈ ਰੱਖਣਾ ਵਾ, ਤਾਂ ਜਿਹੜਾ ਪਾਣੀ ਦੇ ਵਿੱਚ ਕੀ ਹੋ ਜਾਊਗਾ, ਰੈੱਡ ਕਲਰ ਨਿਕਲਿਆ ਹੋਊਗਾ। ਉਸ ਤੋਂ ਬਾਅਦ ਜਿਹੜਾ ਕਲਰ ਹੋਊਗਾ ਪਾਣੀ ਦਾ, ਉਹਨੂੰ ਅਸੀਂ ਐਜ਼ ਅ ਇੰਡੀਕੇਟਰ ਯੂਜ਼ ਕਰ ਸਕਦੇ ਹਾਂ। ਦੈਨ ਨੈਕਸਟ ਸਟੈਪ ਹੈਗਾ, ਉਹਦੇ ਵਿੱਚ 5 ਡਰੋਪਸ ਪਾਣੀਆਂ ਨੇ ਅਸੀਂ ਚਾਈਨਾ ਰੋਜ਼ ਦੀਆਂ, ਜਿਹੜੀਆਂ ਅਸੀਂ ਐਕਸਟ੍ਰੈਕਟ ਕੀਤੀਆਂ ਸੀ, ਜਿਵੇਂ ਕਿ ਟੇਬਲ 5.5 'ਚ ਉੱਪਰ ਤੁਹਾਨੂੰ ਦੱਸਿਆ ਸੀ। ਉਸ ਤੋਂ ਬਾਅਦ ਆਪਣੀ ਅਬਜ਼ਰਵੇਸ਼ਨ ਦੇਖਣੀਆਂ ਨੇ ਵੀ ਕੀ ਹੋਊਗਾ। ਦੈਨ ਜਿਹੜਾ ਐਸਿਡਿਕ ਸੋਲਿਊਸ਼ਨ ਹੋਊਗਾ ਉਹ ਕੀ ਹੋ ਜਾਊਗਾ, ਡਾਰਕ ਪਿੰਕ ਕਲਰ 'ਚ ਹੋ ਜਾਊਗਾ ਜਾਂ ਮੈਜੈਂਟਾ ਕਲਰ ਚੇਂਜ ਹੋ ਜਾਊਗਾ। ਜਿਹੜਾ ਬੇਸਿਕ ਸੋਲਿਊਸ਼ਨ ਹੋਊਗਾ ਉਹ ਕੀ ਹੋ ਜਾਊਗਾ, ਗ੍ਰੀਨ। ਨੈਕਸਟ ਆ ਤੁਹਾਡੇ ਕੋਲ ਦਿੱਤੀ ਹੋਈ ਆ ਵੀ ਸ਼ੈਂਪੂ ਦਾ ਦੇਖਣਾ, ਇਨੀਸ਼ੀਅਲ ਕਲਰ ਪਹਿਲਾ ਕਲਰ ਕੀ ਸੀ, ਬਟ ਜਦੋਂ ਤੁਸੀਂ ਇਹਨੂੰ ਚਾਈਨਾ ਰੋਜ਼ 'ਚ ਪਾਉਂਦੇ ਹਾਂ ਤਾਂ ਉਹਦਾ ਕਲਰ ਕੀ ਹੋਊਗਾ। ਸੇਮ ਐਜ਼ ਲੈਮਨ ਜੂਸ, ਸੋਡਾ ਵਾਟਰ, ਸੋਡੀਅਮ ਹਾਈਡਰੋਜਨ ਕਾਰਬੋਨੇਟ ਸੋਲਿਊਸ਼ਨ, ਵਿਨੇਗਰ, ਸ਼ੂਗਰ ਸੋਲਿਊਸ਼ਨ, ਕਾਮਨ ਸੋਲਟ ਸੋਲਿਊਸ਼ਨ। फोर्थ वन इज synthetic indicator phenolphthalein, that is artificial. Phenolphthalein is another common use indicator, एक होर इंਡੀਕੇਟਰ यूज है ये। इट्स सोल्यूशन इज कलरलैस, ਇਹਦਾ ਜਿਹੜਾ ਰੰਗ ਹੁੰਦਾ ਕੋਈ ਕਲਰ ਨਹੀਂ ਹੁੰਦਾ। ਰਿਮੇਨ ਕਲਰਲੈਸ ਇਨ ਐਸਿਡਿਕ ਐਂਡ ਨਿਊਟਰਲ ਸੋਲਿਊਸ਼ਨ, ਕਈ ਵਾਰ ਇਹ ਜਿਹੜਾ ਕਲਰਲੈਸ ਆ ਇਹ ਐਸਿਡ ਜਿਹੜਾ ਤੇਜ਼ਾਬ ਹੁੰਦਾ ਉਹਨਾਂ 'ਚ ਵੀ ਰਹਿੰਦਾ ਵਾ, ਅਤੇ ਜਿਹੜੀ ਕੋਈ ਐਸਿਡ ਚੀਜ਼ ਨਹੀਂ ਹੈਗੀ, ਕੋਈ ਬੇਸ ਨਹੀਂ ਹੈਗੀ, ਉਹਦੇ ਵਿੱਚ ਵੀ ਇਹ ਕਲਰਲੈਸ ਰਹਿੰਦਾ ਵਾ। ਇਟ ਗਿਵ ਪਿੰਕ ਕਲਰ ਇਨ ਬੇਸਿਕ ਸੋਲਿਊਸ਼ਨ, ਸਿਰਫ ਇਹ ਜਿਹੜਾ ਬੇਸਿਕ ਸੋਲਿਊਸ਼ਨ ਹੁੰਦਾ ਵਾ ਉਹਦੇ ਵਿੱਚ ਕਲਰ ਦਿੰਦਾ, ਦੈਟ ਇਜ਼ ਪਿੰਕ। ਇਸ ਕਰਕੇ ਇਹਨੂੰ ਅਸੀਂ ਬੇਸ ਇੰਡੀਕੇਟਰ ਵੀ ਕਹਿੰਦੇ ਹਾਂ। ਜਿੰਨਾ ਪੜ੍ਹਾਇਆ ਗਿਆ ਬੱਚੇ ਤੁਸੀਂ ਰੀਡ ਕਰਨਾ ਵਾ। ਨੈਕਸਟ ਆਪਾਂ ਨੈਕਸਟ ਕਲਾਸ ਵਿੱਚ ਕੰਟੀਨਿਊ ਕਰਾਂਗੇ। ਥੈਂਕ ਯੂ ਸਟੂਡੈਂਟਸ।